सत श्री अकाल जी। मैं बलकरण सिंह निहाल सिंह वाला रैड वॉइस चैनल ते तुहाडा स्वागत है। ਅਸੀਂ ਅੱਜ ਪਹੁੰਚੇ ਹਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ, ਜਿੱਥੇ ਕਿ ਬਾਬਾ ਸੋਹਣ ਸਿੰਘ ਭਕਨਾ ਦਾ 150 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਤੇ ਅਸੀਂ ਅੱਜ ਤੁਹਾਨੂੰ ਸਾਰਾ ਦਿਨ ਜੋੜੀ ਰੱਖਾਂਗੇ ਲੋਕ ਬਾਣੀਆਂ ਦੇ ਨਾਲ। ਜੁੜੇ ਰਹੋ ਸਾਡੇ ਜ਼ੋਰਦਾਰ ਤਾੜੀਆਂ ਦੇ ਨਾਲ। ਤੁਸੀਂ ਬਾਬਿਆਂ ਨੂੰ ਦੱਸ ਰਹੇ ਹੋ ਕਿ ਗਦਰੀ ਬਾਬੇ ਕਿਤੇ ਨਹੀਂ ਗਏ, ਬਾਬੇ ਇੱਥੇ ਹੀ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਬਾਬੇ ਸ਼ਾਮਲ ਨੇ ਹਰ ਰੋਜ਼। ਗਦਰ ਅਖਬਾਰ ਕੱਢਿਆ ਜਿਹਦੇ 'ਚ ਲਿਖਿਆ, ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਸੈਨਿਕ ਜਾਗ ਪਏ ਤਾਂ ਅਸੀਂ ਆਪਣਾ ਦੇਸ਼ ਆਜ਼ਾਦ ਕਰਵਾ ਲਵਾਂਗੇ। ਬਾਹਰੋਂ ਦੇਸ਼ ਆਏ 8000 ਦੇ ਕਰੀਬ ਗਦਰੀ, ਜਿਨ੍ਹਾਂ ਚੋਂ 5000 ਨੂੰ ਜੂਹ ਬੰਦ ਕੀਤਾ ਗਿਆ, 250 ਨੂੰ ਫਾਂਸੀਆਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਵਤਨੀਆਂ ਪਹਿਲਾਂ ਬਾਬਾ ਜੀ ਵੀ ਮੌਤ ਦੀ ਸਜ਼ਾ ਯਾਫਤਾ 24 ਕੈਦੀਆਂ ਚੋਂ ਸੀ। ਲਾਰਡ ਹਾਲਡਿੰਗ ਦੇ ਕੋਲ ਜਦੋਂ ਇਹ ਦਲੀਲ ਅਪੜੀ ਕਿ ਜਿਹੜੇ ਕੈਦੀਆਂ ਨੇ ਭਾਰਤ ਦੀ ਧਰਤੀ ਤੇ ਪੈਰ ਵੀ ਨਹੀਂ ਪਾਇਆ, ਉਹਨਾਂ ਨੂੰ ਤੁਸੀਂ ਮੌਤ ਦੀ ਸਜ਼ਾ ਕਿਵੇਂ ਦੇ ਸਕਦੇ ਹੋ? ਤੇ ਜਿਹੜੀਆਂ 17 ਫਾਂਸੀਆਂ ਉਮਰ ਕੈਦ ਵਿੱਚ ਬਦਲੀਆਂ, ਉਹਨਾਂ 'ਚ ਬਾਬਾ ਸੋਹਣ ਸਿੰਘ ਭਕਨਾ ਵੀ ਇੱਕ ਸਨ। ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀ 16 ਨਵੰਬਰ 1915 ਨੂੰ ਫਾਂਸੀ ਤੇ ਝੂਲ ਗਏ। ਪਰ ਬਾਬਾ ਜੀ ਸਾਰੀ ਉਮਰ ਦੇਸ਼ ਦੀ ਇਸ ਜਦੋਜਹਿਦ ਦੇ ਵਿੱਚ ਤਿਲ ਤਿਲ ਕਰਕੇ ਆਪਣਾ ਆਪ ਸਮਰਪਿਤ ਕਰਦੇ ਰਹੇ। 1930-31 'ਚ ਰਿਹਾ ਹੋਏ। ਉਸ ਤੋਂ ਬਾਅਦ ਕਿਸਾਨਾਂ ਦੀ ਬੰਦ ਖਲਾਸੀ ਵਾਸਤੇ ਬਹੁਤ ਸਾਰੇ ਕਿਸਾਨ ਅੰਦੋਲਨਾਂ 'ਚ ਭਾਗ ਲਿਆ। ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਕੇਂਦਰੀ ਸਰਕਾਰ ਨੇ ਫਿਰ ਉਹਨਾਂ ਲੋਕ ਪੱਖੀ ਤਾਕਤਾਂ ਤੋਂ ਖਤਰਾ ਮਹਿਸੂਸ ਕਰਦਿਆਂ ਯੋਲ ਕੈਂਪ ਜੇਲ੍ਹ ਵਿੱਚ ਸਿੱਟ ਦਿੱਤਾ। ਬਾਹਰ ਆਏ ਤਾਂ ਕਮਰ ਦੂਰੀ ਸੀ। ਕਿਸੇ ਨੇ ਪੁੱਛਿਆ, ਬਾਬਾ ਜੀ ਕੀ ਗੱਲ ਹੋਈ? ਉਹ ਕਹਿੰਦੇ, ਮੇਰੀ ਕਮਰ ਜਿਹੜੀ ਬਰਤਾਨਵੀ ਪਹਾੜ ਦੇ ਨਾਲ ਮੱਥਾ ਲਾ ਕੇ ਚਟਾਨ ਵਰਗੀ ਮਜ਼ਬੂਤ ਰਹੀ, ਆਪਣਿਆਂ ਦੀ ਕੈਦ ਨੇ ਦੂਰੀ ਕਰ ਦਿੱਤੀ ਏ। ਪੰਜਾਬ ਦੇ ਨੌਜਵਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਸਾਡਾ ਜਿਹੜਾ ਸ਼ਬਦ ਹੈ ਉਹਦੀ ਤਾਕਤ ਕਿੰਨੀ ਹੈ, ਗਿਆਨ ਦੀ ਤਾਕਤ ਕਿੰਨੀ ਹੈ। ਤਾਂ ਫਰਕ ਪੈ ਰਿਹਾ ਨੌਜਵਾਨਾਂ ਦੇ ਵਿੱਚ ਵੀ, ਜਿਹੜਾ ਉਹ ਮੋੜਾ ਆ ਰਿਹਾ ਕਿਤਾਬਾਂ ਪੜ੍ਹਨ ਦੇ ਵੱਲ ਨੂੰ, ਰੁਝਾਨ ਵੱਧ ਰਿਹਾ, ਹੌਲੀ ਹੌਲੀ ਵੱਧ ਰਿਹਾ। ਕੀ ਨਾਮ ਆ ਤੁਹਾਡਾ ਬੱਚੇ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੇਲੇ ਜਾਣ ਕੇ ਬਹੁਤ ਵਧੀਆ ਲੱਗਿਆ। ਮੈਂ ਇੱਥੇ ਪਹਿਲੀ ਵਾਰ ਆਈ ਹਾਂ। ਜਦੋਂ ਘਰਦਿਆਂ ਨੇ ਕਿਹਾ ਵੀ ਜਾਣਾ ਵਾ, ਤਾਂ ਮੈਨੂੰ ਲੱਗਿਆ ਵੀ ਇਹ ਬਾਕੀ ਮੇਲਿਆਂ ਦੀ ਤਰ੍ਹਾਂ ਵੀ ਇੱਥੇ ਝੂਲੇ ਹੋਣਗੇ, ਖਿਡੌਣਿਆਂ ਉੱਦਾਂ ਦੀਆਂ ਸਟਾਲਾਂ ਲੱਗੀਆਂ ਹੋਣਗੀਆਂ। ਪਰ ਜਦੋਂ ਇੱਥੇ ਆਏ ਤਾਂ ਇੱਕ ਵੱਖਰਾ ਮਾਹੌਲ ਸੀਗਾ। ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ, ਕਿਤਾਬਾਂ ਦੇ ਕਈ ਨਾਮ ਨੋਟ ਕੀਤੇ ਆ, ਕਈ ਕੁਛ ਉਹਨਾਂ 'ਚੋਂ ਖਰੀਦੀਆਂ ਵੀ ਆ। ਚੰਗਾ ਸਤਿ ਸ਼੍ਰੀ ਅਕਾਲ ਦੋਸਤੋ, ਰੈਡ ਵॉइस ਤੇ ਤੁਹਾਡਾ ਸਵਾਗਤ ਹੈ। ਮੈਂ ਗੁਰਦੇਵ ਦੀਨਾ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਪਹੁੰਚੇ ਹਾਂ ਅਸੀਂ, ਜਿੱਥੇ ਬਾਬਾ ਸੋਹਣ ਸਿੰਘ ਭਕਨਾ ਦਾ 150 ਸਾਲਾ ਦਿਨ ਆ, ਜਿਹੜਾ ਗਦਰੀ ਬਾਬਿਆਂ ਦੇ ਮੇਲੇ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਮੈਂਬਰ ਸਵਰਨ ਸਿੰਘ ਵਿਰਕ ਸਾਡੇ ਨਾਲ ਜੁੜੇ ਆ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਕਰਕੇ ਤੁਸੀਂ ਇਹ ਮੇਲਾ ਮਨਾ ਰਹੇ ਆ, ਕੀ ਕਹਿਣਾ ਚਾਹੁੰਦੇ? ਬਾਬਾ ਸੋਹਣ ਸਿੰਘ ਭਕਨਾ ਆਪਣੇ ਸਮੇਂ ਦੇ ਬਹੁਤ ਇਨਕਲਾਬੀ ਸਨ, ਯੁੱਗ ਪੁਰਖ ਸਨ, ਜਿਨ੍ਹਾਂ ਨੇ ਮਨੁੱਖੀ ਮੁਕਤੀ ਵਾਸਤੇ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ। ਬਾਬਾ ਜੀ ਦਾ ਜਨਮ 1870 ਵਿੱਚ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ। ਬਚਪਨ ਆਮ ਪੇਂਡੂ ਬੱਚਿਆਂ ਵਾਂਗੂ ਬੀਤਿਆ। ਇੱਕ ਵਾਰ ਗੁੰਮਰਾਹ ਹੋਏ, ਪਰ ਇੱਕ ਨਾਮਧਾਰੀ ਬਾਬੇ ਕੇਸਰ ਸਿੰਘ ਮੁਹਾਵਾ ਵਾਲੇ ਦੀ ਪ੍ਰੇਰਨਾ ਨਾਲ ਫਿਰ ਚੰਗੇ ਲੋਕਾਂ ਦੀ ਸੰਗਤ ਵਿੱਚ ਆ ਗਏ। ਅਮਰੀਕਾ ਗਏ ਔਰ ਉੱਥੇ ਹਿੰਦੁਸਤਾਨੀਆਂ ਨਾਲ ਜਿਹੜਾ ਮਾੜਾ ਸਲੂਕ ਕੀਤਾ ਜਾਂਦਾ ਸੀ, ਉਹਨੂੰ ਵੇਖ ਕੇ ਗਦਰ ਪਾਰਟੀ ਦੀ ਸਿਰਜਣਾ ਕੀਤੀ। ਲਾਲਾ ਹਰਦਿਆਲ, ਕਾਸ਼ੀ ਰਾਮ ਮਡੌਲੀ ਤੇ ਹੋਰ ਬਹੁਤ ਸਾਰੇ ਇਨਕਲਾਬੀ, ਕਰਤਾਰ ਸਿੰਘ ਸਰਾਭਾ, ਇਹ ਉਹਨਾਂ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਸਮਝ ਲਿਆ ਕਿ ਵਿਦੇਸ਼ਾਂ ਦੇ ਵਿੱਚ ਵੀ ਗਦਰ ਪਾਰਟੀ ਦੀ ਸਥਾਪਨਾ ਇਸ ਲਈ ਜ਼ਰੂਰੀ ਹੈ ਕਿ ਇੱਕ ਪਰਚਾ ਗਦਰ ਅਖਬਾਰ ਕੱਢਿਆ ਜਿਹਦੇ 'ਚ ਲਿਖਿਆ, ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਉਹਨਾਂ ਦੇ ਨਾਲ ਜਿਹੜਾ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਕੀਤਾ ਜਾਂਦਾ ਸੀ, ਇਹਨੂੰ ਮਹਿਸੂਸ ਉਹਨਾਂ ਨੇ ਕੀਤਾ ਔਰ ਭਾਰਤ ਦੀ ਗੁਲਾਮੀ ਨੂੰ ਇਹਦੇ ਜ਼ਿੰਮੇਵਾਰ ਸਮਝਿਆ। ਤੇ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਹਿੰਦ ਵਿੱਚ ਆ ਕੇ ਸੈਨਿਕਾਂ ਦੀ ਬਗਾਵਤ ਕਰਵਾ ਕੇ, ਕਿਉਂਕਿ ਉਹ ਗਦਰ ਪਾਰਟੀ ਵਾਲੇ ਲੋਕ ਸਮਝਦੇ ਸੀ ਕਿ ਅੰਗਰੇਜ਼ਾਂ ਦੇ ਰਾਜ ਦਾ ਆਧਾਰ ਬਰਤਾਨਵੀ ਸੈਨਾ ਹੈ ਔਰ ਜੇ ਸੈਨਿਕ ਜਾਗ ਪਏ ਤਾਂ ਅਸੀਂ ਆਪਣਾ ਦੇਸ਼ ਆਜ਼ਾਦ ਕਰਵਾ ਲਵਾਂਗੇ।
ਬਾਹਰੋਂ ਦੇਸ਼ ਆਏ 8000 ਦੇ ਕਰੀਬ ਗਦਰੀ, ਜਿਨ੍ਹਾਂ ਚੋਂ 5000 ਨੂੰ ਜੂਹ ਬੰਦ ਕੀਤਾ ਗਿਆ, 250 ਨੂੰ ਫਾਂਸੀਆਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਔਰ ਇਹਦੇ ਨਾਲ ਨਾਲ ਬਹੁਤ ਸਾਰੇ ਉਮਰ ਕੈਦ, ਕਾਲੇ ਪਾਣੀ, ਉਹ ਜਲਾ ਵਤਨੀਆਂ। ਪਹਿਲਾਂ ਬਾਬਾ ਜੀ ਵੀ ਮੌਤ ਦੀ ਸਜ਼ਾ ਯਾਫਤਾ 24 ਕੈਦੀਆਂ ਚੋਂ ਸੀ। ਲਾਰਡ ਹਾਰਡਿੰਗ ਦੇ ਕੋਲ ਜਦੋਂ ਇਹ ਦਲੀਲ ਅਪੜੀ ਕਿ ਜਿਹੜੇ ਕੈਦੀਆਂ ਨੇ ਭਾਰਤ ਦੀ ਧਰਤੀ ਤੇ ਪੈਰ ਵੀ ਨਹੀਂ ਪਾਇਆ, ਉਹਨਾਂ ਨੂੰ ਤੁਸੀਂ ਮੌਤ ਦੀ ਸਜ਼ਾ ਕਿਵੇਂ ਦੇ ਸਕਦੇ ਹੋ? ਤੇ ਜਿਹੜੀਆਂ 17 ਫਾਂਸੀਆਂ ਉਮਰ ਕੈਦ ਵਿੱਚ ਬਦਲੀਆਂ, ਉਹਨਾਂ 'ਚ ਬਾਬਾ ਸੋਹਣ ਸਿੰਘ ਭਕਨਾ ਵੀ ਇੱਕ ਸਨ। ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀ 16 ਨਵੰਬਰ 1915 ਨੂੰ ਫਾਂਸੀ ਤੇ ਝੂਲ ਗਏ। ਪਰ ਬਾਬਾ ਜੀ ਸਾਰੀ ਉਮਰ ਦੇਸ਼ ਦੀ ਇਸ ਜਦੋਜਹਿਦ ਦੇ ਵਿੱਚ ਤਿਲ-ਤਿਲ ਕਰਕੇ ਆਪਣਾ ਆਪ ਸਮਰਪਿਤ ਕਰਦੇ ਰਹੇ। 1930-31 'ਚ ਰਿਹਾ ਹੋਏ। ਉਸ ਤੋਂ ਬਾਅਦ ਕਿਸਾਨਾਂ ਦੀ ਬੰਦ ਖਲਾਸੀ ਵਾਸਤੇ ਬਹੁਤ ਸਾਰੇ ਕਿਸਾਨ ਅੰਦੋਲਨਾਂ 'ਚ ਭਾਗ ਲਿਆ। ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਕੇਂਦਰੀ ਸਰਕਾਰ ਨੇ ਫਿਰ ਉਹਨਾਂ ਲੋਕ ਪੱਖੀ ਤਾਕਤਾਂ ਤੋਂ ਖਤਰਾ ਮਹਿਸੂਸ ਕਰਦਿਆਂ ਯੋਲ ਕੈਂਪ ਜੇਲ੍ਹ ਵਿੱਚ ਸਿੱਟ ਦਿੱਤਾ। ਬਾਹਰ ਆਏ ਤਾਂ ਕਮਰ ਦੂਰੀ ਸੀ। ਕਿਸੇ ਨੇ ਪੁੱਛਿਆ ਬਾਬਾ ਜੀ ਕੀ ਗੱਲ ਹੋਈ? ਉਹ ਕਹਿੰਦੇ ਮੇਰੀ ਕਮਰ ਜਿਹੜੀ ਬਰਤਾਨਵੀ ਪਹਾੜ ਦੇ ਨਾਲ ਮੱਥਾ ਲਾ ਕੇ ਚਟਾਨ ਵਰਗੀ ਮਜ਼ਬੂਤ ਰਹੀ, ਆਪਣਿਆਂ ਦੀ ਕੈਦ ਨੇ ਦੂਰੀ ਕਰ ਦਿੱਤੀ ਏ। ਬਾਕੀ ਸਮੇਂ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਦੇ ਰਹੇ ਔਰ ਇਨਕਲਾਬ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੇ ਰਹੇ। ਔਰਤਾਂ ਦੀ ਮੁਕਤੀ ਵਾਸਤੇ, ਦਲਿਤਾਂ ਦੀ ਮੁਕਤੀ ਵਾਸਤੇ, ਸਮਤਾ ਮੂਲਕ ਭਾਈਚਾਰੇ ਦੀ ਸਥਾਪਨਾ ਵਾਸਤੇ ਬਾਬਾ ਭਕਨਾ ਤੇ ਉਹਨਾਂ ਦੇ ਨਾਲ ਤੇ ਹੋਰ ਗਦਰੀ ਦੇਸ਼ ਭਗਤ ਉਹ ਆਪਣੀ ਉਮਰ ਦੇ ਆਖਰੀ ਸਾਹਾਂ ਤੱਕ ਸਰਗਰਮ ਰਹੇ। ਬਾਬਾ ਜੀ ਨੇ ਜਿਹੜੀ ਦੇਸ਼ ਭਗਤੀ ਯਾਦਗਾਰ ਸਹਾਇਕ ਕਮੇਟੀ ਅੰਮ੍ਰਿਤਸਰ 'ਚ ਬਣਾਈ ਸੀ, ਉਹ ਹੀ ਬਾਅਦ ਵਿੱਚ ਸਮਾਂ ਪਾ ਕੇ 47 ਤੋਂ ਬਾਅਦ ਦੇਸ਼ ਭਗਤ ਯਾਦਗਾਰ ਕਮੇਟੀ ਦੇ ਰੂਪ ਵਿੱਚ ਬਦਲ ਗਈ, ਜਿੱਥੇ ਆਪਾਂ ਅੱਜ ਖਲੋਤੇ ਹਾਂ, ਜਿਹਦੇ ਸੇਣ 'ਚ, ਆਂਗਣ 'ਚ, ਵਿਹੜੇ 'ਚ, ਜਿੱਥੇ ਇਹ 29ਵਾਂ ਮੇਲਾ ਗਦਰੀ ਬਾਬਿਆਂ ਦਾ ਉਸੇ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ ਕਿ ਅੱਜ ਦੇਸ਼ ਦਾ ਅੰਨਦਾਤਾ ਮੋਦੀ ਸਰਕਾਰ ਦੀਆਂ ਫਾਸਿਸਟ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਵਜ੍ਹਾ ਕਰਕੇ ਸੜਕਾਂ ਤੇ ਹੈ, ਰੇਲ ਪਟੜੀਆਂ ਤੇ ਹੈ, ਘਰਾਂ ਤੋਂ ਬਾਹਰ ਹੈ। ਸਾਰਾ ਪੰਜਾਬ ਅੱਜ ਸੰਘਰਸ਼ ਦਾ ਪਿੜ ਬਣ ਚੁੱਕਾ ਹੈ। ਇਸ ਸਮੇਂ ਬਾਬਾ ਸੋਹਣ ਸਿੰਘ ਭਕਨਾ ਦਾ ਇਹ ਮੇਲਾ, ਉਹਨਾਂ ਦੀ ਯਾਦ ਨੂੰ 150 ਸਾਲਾ ਜਨਮ ਦਿਨ ਨੂੰ ਸਮਰਪਿਤ ਇਹ ਮੇਲਾ, ਉਹ ਤੇ ਇੱਥੋਂ ਜਿਹੜਾ ਸੁਨੇਹਾ ਜਾਏਗਾ ਉਹਦੇ ਨਾਲ ਦੇਸ਼ ਦਾ ਚੱਪਾ ਚੱਪਾ ਫੇਰ ਗੂੰਜੇਗਾ ਔਰ ਲੋਕ ਫੇਰ ਆਪਣੇ ਇਸ ਮੁਕਤੀ ਯੁੱਧ 'ਚ ਔਰ ਇਹ ਜ਼ਾਲਮ ਸਰਕਾਰ ਜਿਹੜੀ ਜਲ ਜੰਗਲ ਤੇ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਲੇਖਕਾਂ ਬੁੱਧੀਜੀਵੀਆਂ ਨੂੰ ਲਗਾਤਾਰ ਜੇਲ੍ਹਾਂ ਵਿੱਚ ਸਿੱਟ ਰਹੀ ਹੈ, ਜਿਨੇ ਪਹਿਲਾਂ ਕਸ਼ਮੀਰ ਫੌਜੀ ਬੂਟਾਂ ਦੇ ਥੱਲੇ ਨਪੀੜਿਆ ਤੇ ਹੁਣ ਪੰਜਾਬ ਤੇ ਉੱਤਰੀ ਭਾਰਤ ਦੇ ਹੋਰ ਪ੍ਰਾਂਤਾਂ ਵੱਲ ਉਹਦੀ ਗਿੱਧ ਦ੍ਰਿਸ਼ਟੀ ਲੱਗੀ ਹੋਈ ਹੈ। ਇਸ ਨੂੰ ਇਸ ਸਭ ਕਾਸੇ ਦਾ ਮੁਕਾਬਲਾ ਕਰਨ ਲਈ ਇੱਕ ਨਵਾਂ ਉਤਸ਼ਾਹ, ਇੱਕ ਨਵੀਂ ਚੇਤਨਾ, ਇੱਕ ਨਵਾਂ ਭਰੋਸਾ, ਇੱਕ ਨਵੀਂ ਹਿੰਮਤ ਇਹ ਸਾਡੇ ਪੁਰਖੇ, ਸਾਡੇ ਪੂਰਵਜ, ਇਹ ਗਦਰੀ ਬਾਬੇ ਸਾਨੂੰ ਦੇ ਰਹੇ ਨੇ, ਜਿਨ੍ਹਾਂ ਦੀ ਯਾਦ ਵਿੱਚ ਅਸੀਂ ਇੱਥੇ ਅੱਜ ਜੁੜੇ ਹਾਂ ਔਰ ਇਸ ਰੂਪ ਵਿੱਚ ਉਹਨਾਂ ਨੂੰ ਚੇਤੇ ਕਰਕੇ ਅਸੀਂ ਆਪਣੇ ਵਰਤਮਾਨ ਸੰਗਰਾਮ ਨੂੰ ਹੋਰ ਜਿਹੜਾ ਉਹ ਤਿੱਖਾ ਕਰਾਂਗੇ। ਉਹਨਾਂ ਦੇ ਵਿਚਾਰਾਂ ਦੀ ਪੁੱਠ ਦੇ ਕੇ ਉਹਨਾਂ ਦੀ ਅਜ਼ਮਤ ਤੇ ਉਹਨਾਂ ਦੀ ਬਰਕਤ ਦੀ ਇਸ ਪ੍ਰੇਰਨਾ ਦੇ ਨਾਲ ਇਸ ਲੜਾਈ ਨੂੰ ਫਤਿਹ ਤੱਕ ਲੈ ਕੇ ਜਾਵਾਂਗੇ, ਜਿਹੜੀ ਦੇਸ਼ ਦਾ ਮਜ਼ਦੂਰ, ਕਿਸਾਨ, ਦਲਿਤ, ਅਲਪ ਸੰਖਿਅਕ, ਬੁੱਧੀਜੀਵੀ ਔਰ ਹਰ ਤਰ੍ਹਾਂ ਨਾਲ ਨਿਆਂ ਪਸੰਦ ਲੋਕ ਇਸ ਜ਼ਾਲਮ ਫਾਸਿਸਟ ਸਰਕਾਰ ਦੇ ਖਿਲਾਫ ਲੜ ਰਹੇ ਨੇ। ਇਹ ਮੇਲਾ ਉਸ ਦਿਸ਼ਾ ਵੱਲ ਸੇਧਿਤ ਹੈ। ਤੁਹਾਡਾ ਪਿਛੋਕੜ ਸਰਸੇ ਤੋਂ ਹੈ, ਪਰ ਗਦਰ ਪਾਰਟੀ ਲਹਿਰ ਨਾਲ ਜਾਂ ਇਸ ਭਵਨ ਨਾਲ ਜੁੜਨ ਦਾ ਕੀ ਸਮਝਦੇ ਹੋ? ਮੇਰੇ ਪੁਰਖੇ 1857 ਤੋਂ ਲੈ ਕੇ ਨਾਨਕੇ ਤੇ ਦਾਦਕੇ ਕੂਕਾ ਲਹਿਰ ਵਿੱਚ ਸਨ। ਉਹ ਜਦੋਂ ਕੂਕੇ ਲੜ ਰਹੇ ਸਨ ਅੰਗਰੇਜ਼ਾਂ ਦੇ ਖਿਲਾਫ, ਤਾਂ ਮੈਨੂੰ ਮਾਣ ਹੈ ਕਿ ਮੇਰੇ ਵਡੇਰੇ ਵੀ ਸਨ ਔਰ ਗਦਰ ਪਾਰਟੀ ਦਾ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਮਾਝੇ ਦਾ ਸੀ। ਮੇਰੇ ਨਾਨਕੇ ਵੀ ਸਰਹਾਲੀ ਕਲਾਂ ਦੇ ਨਾਲ ਇੱਕ ਪਿੰਡ ਬੁਰਜ ਰਾਏ ਕੇ। ਮੇਰਾ ਨਾਨਾ ਆਤਮਾ ਸਿੰਘ ਬਾਬੇ ਦੇ ਮਿਲਣ ਗਿਲਣ ਵਾਲਿਆਂ ਚੋਂ ਸੀ, ਕੂਕਾ ਸੀ। ਉਹ ਬਾਬੇ ਨੂੰ ਕਹਿਣ ਲੱਗਾ ਕਿ ਬਾਬਾ ਜੀ ਇਹ ਕਮਿਊਨਿਸਟ ਕੌਣ ਹੁੰਦੇ ਨੇ ਜਿਨ੍ਹਾਂ ਦੀ ਅੱਜ ਕੱਲ੍ਹ ਬੜੀ ਚਰਚਾ? ਤਾਂ ਬਾਬੇ ਭਕਨੇ ਨੇ ਮੇਰੇ ਨਾਨੇ ਨੂੰ ਜਵਾਬ ਦਿੱਤਾ ਕਿ ਭਾਈ ਜੀ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹੋ, ਸੁਖਮਨੀ ਸਾਹਿਬ 'ਚ ਜਿਹੜਾ ਬ੍ਰਹਮ ਗਿਆਨੀ ਦਾ ਸਰੂਪ ਹੈ, ਕਮਿਊਨਿਸਟ ਦਾ ਵੀ ਉਹ ਹੀ ਸਰੂਪ ਹੈ ਜੇ ਕੋਈ ਹੋਵੇ ਤਾਂ।
ਜੇ ਕੋਈ ਕਮਿਊਨਿਸਟ ਹੋਵੇ ਤਾਂ ਜਿਹੜਾ ਗੁਰੂ ਅਰਜਨ ਸਾਹਿਬ ਬ੍ਰਹਮ ਗਿਆਨੀ ਦਾ ਸਰੂਪ ਚਿਤਵਰਾਏ ਨੇ ਨਾ, ਜਿਸ ਤਰ੍ਹਾਂ ਦਾ ਬਾਬੇ ਦਾ ਜਵਾਬ ਸੀ ਕਿ ਕਮਿਊਨਿਸਟ ਵੀ ਉਹ ਹੀ ਹੁੰਦਾ ਹੈ। ਇਸ ਲਈ ਸਾਡੇ ਇਤਿਹਾਸ 'ਚ, ਸਾਡੇ ਪਿਛੋਕੜ 'ਚ ਇਹ ਸਾਰਾ ਕੁਝ ਸੀ। ਤੇ ਸਰਸੇ 'ਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ 1970 ਤੋਂ ਨੌਜਵਾਨ ਸਭਾ 'ਚ ਔਰ 1972 ਤੋਂ CPI ਦਾ ਮੈਂਬਰ ਚੱਲਿਆ ਆ ਰਿਹਾ ਲਗਾਤਾਰ। ਗਦਰੀ ਬਾਬਿਆਂ ਦਾ ਮੇਲਾ ਬੜੇ ਲੰਬੇ ਦਿਨ ਚੱਲਦਾ ਰਿਹਾ ਹੈ। ਇਸ ਵਾਰੀ ਕੀ ਕਾਰਨ ਆ ਵੀ ਇਹ ਘਟ ਕੇ ਸਿਰਫ ਇੱਕੇ ਦਿਨ ਤੇ ਆ ਗਏ? ਇੱਕੇ ਦਿਨ ਆਉਣ ਦਾ ਕਾਰਨ ਇਹ ਵੇ ਕਿ ਜਦੋਂ ਮੇਲਾ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਉਦੋਂ ਲਾਕਡਾਊਨ ਦੇ ਦੰਦੇ ਬੜੇ ਤਿੱਖੇ ਸਨ ਔਰ ਦਫਾ 44 ਦਾ ਮਾਹੌਲ ਸੀ, ਜ਼ਿਆਦਾ ਇਕੱਠਾਂ ਤੇ ਰੋਕ ਸੀ, ਸਕੂਲ ਕਾਲਜ ਖੁੱਲੇ ਨਹੀਂ ਸਨ, ਮਾਤਾ ਪਿਤਾ ਆਪਣੇ ਬੱਚਿਆਂ ਦੇ ਬਾਰੇ ਥੋੜੇ ਉਹ ਸਨ, ਵਿਸੇ ਭਰਪੂਰ ਸਨ। ਇਹ ਸੋਚ ਕੇ ਇਹਨੂੰ ਇੱਕ ਦਿਨ ਦਾ ਕੀਤਾ ਕਿ ਇਹਨੂੰ ਬਿਲਕੁਲ ਛੱਡਿਆ ਨਾ ਜਾਵੇ, ਕਿਉਂਕਿ ਅੱਜ ਦੇ ਮਾਹੌਲ 'ਚ ਇਹਦੀ ਲੋੜ ਤਾਂ ਦਿਨੋਂ ਦਿਨ ਦੂਣ ਸਵਾਈ ਹੁੰਦੀ ਜਾ ਰਹੀ ਹੈ, ਇਹਦੀ ਉਪਯੋਗਤਾ ਤੇ ਸਾਰਥਕ ਹੋ ਰਹੀ ਹੈ ਅੱਜ ਦੇ ਇਸ ਲੜਾਕੇ ਮਾਹੌਲ ਦੇ ਵਿੱਚ। ਤੇ ਇਹਨੂੰ ਇੱਕ ਦਿਨ ਤੇ ਇਸ ਲਈ ਕੀਤਾ ਗਿਆ ਕਰੋਨਾ ਦੇ ਤੁਸੀਂ ਵਜ੍ਹਾ ਸਾਡੇ ਨਾਲ ਜੁੜੇ ਆ, ਇੰਨੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਬਾਕੀ ਲੋਕ ਹੁਣ ਸਾਰੇ ਸੰਘਰਸ਼ ਦੇ ਪਿੜਤੇ ਨੇ ਔਰ ਫਿਰ ਵੀ ਬਹੁਤ ਸਾਰੇ ਲੋਕ ਵਹੀਰਾਂ ਬਣ ਕੇ ਇੱਥੇ ਆ ਰਹੇ ਨੇ। ਇਹ ਉਹਨਾਂ ਦਾ ਪ੍ਰੇਰਨਾ ਸਰੋਤ ਹੈ। ਦੇਸ਼ ਭਗਤ ਯਾਦਗਾਰ ਹਾਲ ਇੱਕ ਕਿਸਮ ਦਾ ਸਾਰੇ ਸੰਗਰਾਮੀ ਲੋਕਾਂ ਦਾ ਮੱਕਾ ਹੈ ਔਰ ਇੱਥੋਂ ਦਾ ਇਹ ਸੁਨੇਹਾ ਜਿਹੜਾ ਝੰਡੇ ਦੇ ਗੀਤ ਵਿੱਚ ਪ੍ਰਤੀਬਿੰਬਤ ਹੋ ਰਿਹਾ ਸੀ, ਉਹਨੂੰ ਲੈ ਕੇ ਘਰ ਘਰ ਤੱਕ, ਜਨ ਜਨ ਤੱਕ ਜਾਣਾ ਔਰ ਨਵੀਂ ਪੀੜ੍ਹੀ ਤੱਕ ਇਹ ਸੰਦੇਸ਼ ਪਹੁੰਚਾਉਣਾ ਕਿ ਤੁਹਾਡੇ ਵਡੇਰਿਆਂ ਨੇ ਕਿਉਂ ਜਿਹਾ ਸ਼ੋਸ਼ਣ ਮੁਕਤ ਦੇਸ਼ ਚਿਤਵਿਆ ਸੀ, ਉਹਦੀ ਸਿਰਜਣਾ ਲਈ ਅੱਜ ਉਸ ਇਤਿਹਾਸ ਨੂੰ ਅੱਗੇ ਤੋਰਨਾ ਨਵੀਂ ਪੀੜ੍ਹੀ ਦਾ, ਸਾਡੇ ਗੱਭਰੂਆਂ ਦਾ ਫਰਜ਼ ਬਣਦਾ ਹੈ। ਧੰਨਵਾਦ। ਖੁਸ਼ੀ ਹੋਈ ਇੱਥੇ ਆ ਕੇ। ਧੰਨਵਾਦ। ਜਿਵੇਂ ਗਦਰੀ ਬਾਬਿਆਂ ਦੇ ਮੇਲੇ ਤੇ ਬਾਕੀ ਸਾਰੀਆਂ ਵੰਨਗੀਆਂ ਚੱਲ ਰਹੀਆਂ, ਉਸੇ ਤਰ੍ਹਾਂ ਕਿਤਾਬਾਂ ਦੀ ਇੱਕ ਸਟਾਲ ਬੜੀ ਵੱਡੀ ਉਹ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਲੱਗਦੀ ਹੈ। ਸ਼ਰਾਬ ਦਾ ਠੇਕਾ ਅਕਸਰ ਹੀ ਆਪਾਂ ਵੇਖਦੇ ਆ, ਉਹ ਮਸ਼ਹੂਰ ਹੁੰਦਾ, ਲੋਕੀ ਉਹ ਜਾਣ ਆਉਣ ਵਾਲਾ ਕੰਮ ਆ ਜਿਹੜਾ ਉਹ ਉੱਥੇ ਬਣਦਾ, ਪਰ ਕਿਤਾਬਾਂ ਦਾ ਠੇਕਾ ਜਿਹੜਾ ਤੁਹਾਨੂੰ ਉਹ ਵੀ ਦਿਖਾਉਂਦੇ ਆ, ਜਿੱਥੇ ਕਿਤਾਬਾਂ ਜਿਹੜੀਆਂ ਉਹ ਲੱਗੀਆਂ। ਇੱਕ ਸਾਥੀ ਹੈ ਜਿਹੜਾ ਉਹ ਲਗਾਤਾਰ ਮੇਲਿਆਂ ਤੇ ਜਗ੍ਹਾਵਾਂ ਤੇ ਜਾ ਕੇ ਉਹ ਵੇਚਣ ਦਾ ਕੰਮ ਕਰਦਾ। ਤੁਸੀਂ ਹਰ ਵਾਰੀ ਗਦਰੀ ਬਾਬਿਆਂ ਦੇ ਮੇਲੇ ਤੇ ਆਉਂਦੇ ਹੋ, ਇਸ ਵਾਰੀ ਇਹ ਘਟ ਕੇ ਇੱਕ ਦਿਨ ਦਾ ਰਹਿ ਗਿਆ, ਇਸ ਗੱਲ ਨੂੰ ਲਿਟਰੇਚਰ ਨਾਲ ਜੋੜ ਕੇ ਕਿਵੇਂ ਦੇਖਦੇ ਹੋ? ਜੀ, ਇਹ ਹਾਲਾਂਕਿ ਉਹ ਕਰੋਨਾ ਕਰਕੇ ਜਿਹੜੀਆਂ ਸਥਿਤੀਆਂ ਬਣੀਆਂ ਜਾਂ ਹੋਰ ਇਹ ਪ੍ਰਬੰਧਕਾਂ ਦੇ ਕੁਝ ਕਾਰਨ ਰਹੇ, ਉਹਦਾ ਕਰਕੇ ਇਹਨਾਂ ਨੇ ਇੱਕ ਦਿਨ ਦਾ ਉਹ ਕਰਤਾ। ਉਹਦੇ ਕਰਕੇ ਮਤਲਬ ਬਹੁਤ ਸਾਰੇ ਮੇਲਾ ਪ੍ਰੇਮੀਆਂ ਜਾਂ ਖਾਸ ਕਰਕੇ ਜਿਹੜੇ ਜੁੜੇ ਹੋਏ ਆ ਲੰਮੇ ਸਮੇਂ ਤੋਂ ਨਾ ਇਹਦੇ ਨਾਲ ਇੱਕ ਇਮੋਸ਼ਨਲੀ ਅਟੈਚ ਹੋਏ ਵੇ ਆ, ਉਹਨਾਂ 'ਚ ਥੋੜ੍ਹੀ ਜਿਹੀ ਉਸ ਚੀਜ਼ ਨੂੰ ਮਹਿਸੂਸ ਤਾਂ ਉਹ ਕਰ ਰਹੇ ਆ। ਔਰ ਕਿਤਾਬਾਂ ਦੀ ਜਿਵੇਂ ਵਿਕਰੀ ਦੇ ਵਿੱਚ ਵੀ ਉਸ ਚੀਜ਼ ਕਰਕੇ ਫਰਕ ਆਇਆ ਹੋਇਆ, ਪਰ ਉਸ ਦੇ ਵੀ ਅਸੀਂ ਸਮਝਦੇ ਹਾਂ ਕਿ ਜੋਸ਼ ਜਿਹੜਾ ਹੈਗਾ ਲੋਕਾਂ ਦਾ ਉਹ ਪੂਰੀ ਤਰ੍ਹਾਂ ਬਰਕਰਾਰ ਹੈ, ਕਿ ਜਿਹੜੇ ਚਾਹੇ ਉਹ ਉਨੇ ਘੱਟ ਸਮੇਂ ਦੇ ਲਈ ਵੀ ਉਹਨਾਂ ਨੂੰ ਚਾਹੇ ਆਉਣ ਦਾ ਮੌਕਾ ਮਿਲਿਆ ਤਾਂ ਉਹ ਪੂਰੇ ਜੋਸ਼ ਖਰੋਸ਼ ਦੇ ਨਾਲ ਜਿਹੜਾ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ, ਉਹਨਾਂ ਨੂੰ ਯਾਦ ਕਰਨ ਦੇ ਲਈ ਇੱਥੇ ਪਹੁੰਚੇ। ਹਰ ਉਮਰ ਵਰਗ ਦੇ ਲੋਕ ਆ ਜਿਹੜੇ ਇਸ ਮੇਲੇ 'ਚ ਆਉਂਦੇ ਆ। ਲਿਟਰੇਚਰ ਖਰੀਦਣ ਦੇ ਵਿੱਚ ਕਿਹੜੀ ਉਮਰ ਆ ਜਿਹੜੀ ਉਹ ਵੱਧ ਇਹ ਖਰੀਦਣ ਦਾ ਕੰਮ ਕਰਦੀ? ਲਿਟਰੇਚਰ ਖਰੀਦਣ ਦੇ ਜਿਵੇਂ ਕਿ ਪਹਿਲਾਂ ਦਾ ਆਪਾਂ ਦੇਖੀਏ ਤਾਂ ਉਹ ਕੁਛ ਕੁ ਖਾਸ ਜਿਵੇਂ ਬਜ਼ੁਰਗ ਜਾਂ ਕੁਛ ਕੁ ਲੋਕ ਹੀ, ਵੱਡੀ ਉਮਰ ਦੇ ਲੋਕ ਹੀ ਜ਼ਿਆਦਾ ਪੜ੍ਹਨ ਦੇ ਵਿੱਚ ਉਹ ਕਰਦੇ ਆ, ਜ਼ਿਆਦਾ ਗਿਣਤੀ 'ਚ ਪੜ੍ਹਦੇ ਆ। ਪਰ ਪਿਛਲੇ ਸਮੇਂ ਤੋਂ ਇੱਕ ਨਵਾਂ ਰੁਝਾਨ ਚੱਲ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚ ਪੜ੍ਹਨ ਦਾ ਕਰੇਜ਼ ਹੌਲੀ ਹੌਲੀ ਵੱਧ ਰਿਹਾ। ਹਾਲਾਂਕਿ ਮਤਲਬ ਜਿੰਨੀ ਪੰਜਾਬ ਦੀ ਗਿਣਤੀ ਆ ਜਾਂ ਜਿੰਨੀ ਪੰਜਾਬ ਦੀ ਜਵਾਨੀ ਦੀ ਗਿਣਤੀ ਹੈ ਉਸ ਹਿਸਾਬ ਨਾਲ ਤਾਂ ਉਹ ਉਮੀਦ ਤੋਂ ਘੱਟ ਹੈ, ਪਰ ਫਿਰ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਉਹ ਫਰਕ ਕੁਛ ਨਾ ਕੁਛ ਫਰਕ ਤਾਂ ਪੈ ਰਿਹਾ, ਚਾਹੇ ਉਹ ਜਿਹੜੇ ਪੰਜਾਬ 'ਚ ਸੰਘਰਸ਼ ਚੱਲ ਰਹੇ ਹੋਣ ਜਾਂ ਵੈਸੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਸਾਡਾ ਜਿਹੜਾ ਸ਼ਬਦ ਹੈ ਉਹਦੀ ਤਾਕਤ ਕਿੰਨੀ ਹੈ, ਗਿਆਨ ਦੀ ਤਾਕਤ ਕਿੰਨੀ ਹੈ। ਤਾਂ ਫਰਕ ਪੈ ਰਿਹਾ ਨੌਜਵਾਨਾਂ ਦੇ ਵਿੱਚ ਵੀ, ਜਿਹੜਾ ਉਹ ਮੋੜਾ ਆ ਰਿਹਾ ਕਿਤਾਬਾਂ ਪੜ੍ਹਨ ਦੇ ਵੱਲ ਨੂੰ, ਰੁਝਾਨ ਵੱਧ ਰਿਹਾ, ਹੌਲੀ ਵੱਧ ਰਿਹਾ। ਹਾਲਾਂਕਿ ਬਹੁਤ ਤੇਜ਼ੀ ਨਾਲ ਤਾਂ ਨਹੀਂ, ਪਰ ਫਰਕ ਪੈ ਰਿਹਾ ਥੋੜਾ। ਇਹ ਮਤਲਬ ਉਮੀਦ ਵਾਲੀ ਗੱਲ ਹੈ ਕਿ ਭਵਿੱਖ 'ਚ ਹੋਰ ਨੌਜਵਾਨ ਕਿਤਾਬਾਂ ਪੜ੍ਹਨ ਲੱਗਣਗੇ। ਇਹ ਕਿਤਾਬਾਂ ਵਾਲਾ ਜਿਹੜਾ ਤੁਸੀਂ ਕਰਦੇ ਆ, ਕੀ ਇਹ ਗੁਜ਼ਾਰੇ ਵਾਸਤੇ ਵੀ ਇਹੀ ਕੰਮ ਆ ਜਾਂ ਕੁਝ ਵੱਖਰਾ? ਨਹੀਂ, ਵੈਸੇ ਤਾਂ ਮੈਂ ਵਿਦਿਆਰਥੀ ਹਾਂ, MA ਪੰਜਾਬੀ ਮੇਰੀ ਹੋ ਗਈ ਹੈ, ਅੱਗੇ PhD ਦੀ ਤਿਆਰੀ ਹੈ। ਤੇ ਇਹਨੂੰ ਨਾਲ ਕਿ ਮੇਰਾ ਮਤਲਬ ਹਾਲਾਂਕਿ ਪੜ੍ਹਾਈ ਦਾ ਵੀ ਇਹਦੇ ਤੋਂ ਖਰਚ ਨਿਕਲ ਜਾਂਦਾ, ਪਰ ਇਹਨੂੰ ਅਸੀਂ ਇੱਕ ਮਿਸ਼ਨ ਵਾਂਗੂ ਲੈ ਕੇ ਚੱਲਦੇ ਹਾਂ ਕਿ ਅਸੀਂ ਜਿਹੜੀਆਂ ਪ੍ਰੋਗਰੈਸਿਵ ਕਿਤਾਬਾਂ, ਜਿਵੇਂ ਤੁਸੀਂ ਦੱਸੇ ਕਿ ਠੇਕਾ ਕਿਤਾਬ ਦਾ ਨਾਂ ਰੱਖਿਆ, ਅਸੀਂ ਇਸ ਤਰ੍ਹਾਂ ਦਾ ਇੱਕ ਸੁਪਨਾ ਲੈ ਕੇ ਚੱਲੇ ਹਾਂ ਕਿ ਜੇ ਅੱਜ ਠੇਕਾ ਸ਼ਬਦ ਸੋਚਦੇ ਹੀ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਸ਼ਰਾਬ ਦਾ ਬਿੰਬ ਬਣ ਜਾਂਦਾ, ਤਾਂ ਅਗਲੇ ਕੁਝ ਸਾਲਾਂ ਦੇ ਵਿੱਚ ਕੀ ਇਹੋ ਜਿਹਾ ਸੁਪਨਾ ਲਿਆ ਜਾ ਸਕਦਾ ਕਿ ਪੰਜਾਬ ਦੇ ਲੋਕ ਜਦੋਂ ਠੇਕਾ ਸ਼ਬਦ ਸੋਚਣ ਤਾਂ ਉਹਨਾਂ ਦੇ ਮਨ ਦੇ ਵਿੱਚ ਕਿਤਾਬ ਦਾ ਬਿੰਬ ਆਪਣੇ ਆਪ ਹੀ ਬਣ ਜੇ। ਪਰ ਖਾਸ ਤੌਰ ਤੇ ਸਾਡਾ ਮਕਸਦ ਇਹ ਹੈ ਕਿ ਨੌਜਵਾਨੀ ਨੂੰ ਕਿਤਾਬਾਂ ਦੇ ਨਾਲ ਜੋੜਿਆ ਜਾ ਸਕੇ, ਕਿਉਂਕਿ ਪੰਜਾਬ ਦਾ ਇਤਿਹਾਸ ਹੀ ਉਸ ਤਰ੍ਹਾਂ ਦਾ ਰਿਹਾ ਕਿ ਸ਼ਬਦ ਨੂੰ ਗੁਰੂ ਮੰਨਦੇ ਆ ਪੰਜਾਬ ਦੇ ਲੋਕ।
ਤਾਂ ਅਸੀਂ ਇਹ ਸੁਨੇਹਾ ਲੈ ਕੇ ਨੌਜਵਾਨਾਂ ਦੇ ਵਿੱਚ ਜਾਂਦੇ ਹਾਂ ਕਿ ਤੁਸੀਂ ਅੱਜ ਸ਼ਬਦ ਨੂੰ ਮੱਥਾ ਟੇਕਦੇ ਹੋ ਤਾਂ ਉਸ ਤੋਂ ਅਗਲੀ ਗੱਲ ਹੈ ਕਿ ਸ਼ਬਦ ਨੂੰ ਮੱਥਿਆਂ ਦੇ ਵਿੱਚ ਵਸਾਉਣਾ ਹੈ। ਦੁਨੀਆ ਭਰ ਦੇ ਵਿੱਚ ਕਿੰਨਾ ਸ਼ਬਦ ਜਿਹੜਾ ਉਹ ਸ਼ਬਦ ਗਿਆਨ ਰਚਿਆ ਜਾ ਚੁੱਕਿਆ ਹੈ, ਉਹਨੂੰ ਤੁਸੀਂ ਆਪਦੇ ਉੱਪਰ ਲਾਗੂ ਕਰਕੇ ਉਹਨੂੰ ਪੜ੍ਹ ਕੇ ਸਮਝ ਕੇ ਫਿਰ ਅਸੀਂ ਇੱਕ ਸਮਾਜ ਪ੍ਰਤੀ ਦੁਨੀਆ ਪ੍ਰਤੀ ਇੱਕ ਨਜ਼ਰੀਆ ਬਣਾ ਸਕਦੇ ਹਾਂ ਤੇ ਉਸ ਤੋਂ ਬਾਅਦ ਸਮਾਜ ਨੂੰ ਜਿਹੜਾ ਉਹ ਵਧੀਆ ਸੇਧ ਵੱਲ ਲੈ ਕੇ ਜਾ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਅਸੀਂ ਦੇਖਦੇ ਹਾਂ ਕਿ ਹਰ ਉਮਰ ਵਰਗ ਦੇ ਨੌਜਵਾਨ ਵਿਦਿਆਰਥੀ ਇੱਥੇ ਆਉਂਦੇ ਨੇ ਮੇਲੇ ਤੇ ਕਿਹੜਾ ਵਰਗ ਸਭ ਤੋਂ ਜ਼ਿਆਦਾ ਕਿਤਾਬਾਂ ਦੀ ਖਰੀਦਦਾਰੀ ਕਰਦਾ ਹੈ? ਇਸ ਨਾਲ ਚੇਤਨਾ ਨਾਲ ਤਾਂ ਉਮਰ ਦਾ ਕੋਈ ਸੰਬੰਧ ਨਹੀਂ। ਨੌਜਵਾਨ ਵੀ ਖਰੀਦਦੇ ਨੇ, ਬਜ਼ੁਰਗ ਵੀ ਖਰੀਦਦੇ ਆ, ਕਿਉਂਕਿ ਸਾਡੇ ਕੋਲੇ ਕਿਤਾਬਾਂ ਜ਼ਿਆਦਾ ਸਿਧਾਂਤਕ ਹੁੰਦੀਆਂ ਨੇ। ਇਹ ਹਰੇਕ ਦੇ ਵੱਸ ਦੀ ਗੱਲ ਤਾਂ ਹੈ ਨਹੀਂ ਸਿਧਾਂਤਕ ਕਿਤਾਬਾਂ ਪੜ੍ਹਨਾ। ਨੌਜਵਾਨ ਵਰਗ ਤੇ ਪੁਰਾਣੇ ਜਿਹੜੇ ਕਾਮਲੇ ਨੇ ਉਹ ਸਿਧਾਂਤਕ ਕਿਤਾਬਾਂ ਵੀ ਖਰੀਦਦੇ ਆ, ਔਰ ਨਾਲ ਦੀ ਨਾਲ ਵਧੀਆ ਕਿਸਮ ਦੀਆਂ ਜਿਹੜੀਆਂ ਉਸਾਰੂ ਸਾਹਿਤਕ ਕਿਤਾਬਾਂ ਨੇ ਉਹਨਾਂ ਦੀ ਵਿਕਰੀ ਵੀ ਲਗਾਤਾਰ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ। ਸੋ ਦੋਸਤੋ, ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਭਾਵੇਂ ਲੰਗਰ ਹਰ ਵਕਤ ਚੱਲਦਾ, ਪਰ ਬਾਹਰ ਸਟਾਲਾਂ ਲੱਗਣ ਵਾਲਾ ਕੰਮ ਆ ਜਿਹੜਾ ਹਰ ਵਾਰ ਜਿਹੜਾ ਉਹ ਹੁੰਦਾ। ਇੱਕ ਸਟਾਲ ਹੈ ਆਂਡਿਆਂ ਦੀ ਹੈ, ਉਹ ਲੱਗੀ ਹੈ ਉੱਥੇ। ਇੱਕ ਪੋਸਟਰ ਆ ਜਿਹੜਾ ਉਹਨਾਂ ਨੇ ਲਾਇਆ ਲਿਖ ਕੇ ਇਨਕਲਾਬੀ ਆਂਡੇ। ਉਹ ਬਾਈ ਸਾਡੇ ਨਾਲ ਆ ਜਿਨ੍ਹਾਂ ਨੇ ਉਹ ਮਦਦ ਕੀਤੀ, ਉਸ ਕਿਰਤੀ ਦੀ ਮਦਦ ਕੀਤੀ। ਅਸੀਂ ਪੁੱਛਦੇ ਹਾਂ ਇਹ ਇਨਕਲਾਬੀ ਆਂਡੇ ਰੱਖਣ ਦਾ ਕੀ ਤੁਸੀਂ ਸਮਝਦੇ ਹੋ ਮਤਲਬ? ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਇੱਧਰ ਗਦਰੀ ਬਾਬਿਆਂ ਦਾ ਮੇਲਾ ਚੱਲਦਾ ਤੇ ਗਦਰੀ ਬਾਬੇ ਇਨਕਲਾਬ ਦਾ ਬਹੁਤ ਵੱਡਾ ਮੁਜੱਸਮਾ ਨੇ ਸਾਡੇ ਪੰਜਾਬ ਦੇ। ਇੱਕ ਬਹੁਤ ਵੱਡੀ ਜਿਨ੍ਹਾਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਨੇ, ਸਭ ਤੋਂ ਵੱਧ ਕਿਸੇ ਪਾਰਟੀ ਨੇ ਜੇ ਦਿੱਤੀਆਂ ਨੇ ਤਾਂ ਗਦਰ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ, ਫਰੀडम ਫਾਈਟਰ ਦਿੱਤੇ ਪੂਰੇ ਮੁਲਕ ਨੂੰ। ਤੇ ਆਪਾਂ ਜਿਹੜਾ ਹੈ ਉਹ ਕਿਰਤ ਨੂੰ ਵਧਾਵਾ ਦੇਣਾ ਚਾਹੁੰਦੇ ਸੀ। ਜਿਵੇਂ ਉਹਨਾਂ ਨੇ ਕਿਰਤੀ ਮੈਗਜ਼ੀਨ ਵੀ ਚਲਾਈ ਤੇ ਕਿਰਤ ਜਿਹੜਾ ਕਲਚਰ ਆ ਆਪਣਾ ਪੰਜਾਬ ਦਾ, ਕਿਰਤ ਸੱਭਿਆਚਾਰ, ਆਪਾਂ ਇਹਨੂੰ ਇੱਕ ਇਨਕਲਾਬ ਵਜੋਂ ਪੇਸ਼ ਕਰਨਾ ਚਾਹੁੰਦੇ ਸੀਗੇ। ਵੈਸੇ ਆਪਣਾ ਪਹਿਲਾਂ ਨਹੀਂ ਸੀ ਅਸੀਂ ਕੁਝ ਸੋਚਿਆ ਹੋਇਆ, ਪਰ ਕਿਉਂਕਿ ਹੁਣ ਇੱਥੇ ਕਾਫੀ ਇੱਧਰ ਆਪਾਂ ਸਟਾਲ ਲਾਉਣਾ ਸੀਗਾ। ਮੁੰਡਾ ਬਠਿੰਡੇ ਤੋਂ ਆਇਆ ਸੀਗਾ ਤੇ ਇਹਨਾਂ ਦੇ ਪਿਤਾ ਜੀ ਉੱਥੇ ਸਟਾਲ ਲਾਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਹਾਂ ਮੇਰਾ ਬੇਟਾ ਤੇ ਇਹਨੇ ਉੱਧਰ ਲਾਉਣਾ। ਤੇ ਕਿਉਂਕਿ ਮੈਂ ਇਹਨਾਂ ਨੂੰ ਜਾਣਦਾ ਕਾਫੀ ਦੇਰ ਤੋਂ ਤੇ ਇਹਨਾਂ ਦੇ ਪਿਤਾ ਜੀ ਨੂੰ, ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਤੁਸੀਂ ਇਹਨਾਂ ਦੀ ਹੈਲਪ ਕਰਾ ਦਿਓ। ਮੈਂ ਇੱਥੋਂ ਲੋਕਲ ਹੀ ਹਾਂ ਸ਼ਹਿਰ ਦਾ, ਤੇ ਮੈਂ ਕਿਹਾ ਠੀਕ ਆ। ਮੈਂ ਨਾਲੇ ਗਦਰੀ ਬਾਬੇ ਦੇ ਮੇਲੇ ਹਰ ਸਾਲ ਆਉਂਦਾ ਤੇ ਮੈਂ ਚਾਹੁੰਦਾ ਵੀ ਹਾਂ ਪੰਜਾਬ ਵਿੱਚ ਕਿਰਤ ਸੱਭਿਆਚਾਰ ਪ੍ਰਮੋਟ ਹੋਣਾ ਚਾਹੀਦਾ, ਮਤਲਬ ਉਹਨੂੰ ਵਧਾਵਾ ਮਿਲਣਾ ਚਾਹੀਦਾ। ਤੇ ਉਹਦੇ ਵਾਸਤੇ ਆਪਾਂ ਫਿਰ ਇਹ ਮੁੰਡਾ ਆਇਆ ਸੀਗਾ। ਇਹ ਮੁੰਡੇ ਨੂੰ ਮਤਲਬ ਇਹਦੇ ਕਿਰਤ ਕਰਦਾ, ਇਹਨੂੰ ਵੀ ਜ਼ਿਆਦਾ ਨਹੀਂ ਸੀ ਮਤਲਬ ਉਹਦੀ ਆ ਕਿ ਹਾਂ ਆਪਾਂ ਸਟਾਲ ਲਾਈਏ ਤੇ ਆਪਾਂ ਕਿਰਤ ਕਰੀਏ। ਤੇ ਮੈਂ ਫਿਰ ਇਹਦੀ ਕਹਾਣੀ ਜਾਣੀ ਕਿ ਹਾਂ ਇਹ ਫੌਜ ਦੀ ਵੀ ਤਿਆਰੀ ਕਰ ਰਿਹਾ ਤੇ ਕਿਰਤ ਵੀ ਕਰਨਾ ਚਾਹੁੰਦਾ, ਇੱਥੇ ਹੀ ਹੱਥੀਂ ਕੰਮ ਕਰਕੇ ਮਤਲਬ ਪੈਸੇ ਕਮਾਉਣਾ ਚਾਹੁੰਦਾ ਤੇ ਕਿਸੇ ਦੇ ਡਿਪੈਂਡੈਂਟ ਨਹੀਂ ਹੋਣਾ ਚਾਹੁੰਦਾ, ਇੰਡੀਪੈਂਡੈਂਟ ਹੋਣਾ ਚਾਹੁੰਦਾ। ਤੇ ਫਿਰ ਆਪਾਂ ਕਿਹਾ ਕਿ ਮੈਂ ਇਹਦੇ ਨਾਲ ਗੱਲ ਕਰਦਾ ਸੀ ਤੇ ਮੈਂ ਕਿਹਾ ਕਿ ਕਿਉਂਕਿ ਇਨਕਲਾਬ ਦੇ ਮੁਜੱਸਮਿਆਂ ਦਾ ਮੇਲਾ ਇਹ ਹੈ ਨਾ, ਗਦਰੀ ਬਾਬਿਆਂ ਦਾ, ਸਾਡੇ ਆਪਣੇ ਪੰਜਾਬ ਦੇ ਬਹੁਤ ਵੱਡੇ ਹੀਰੋ ਆ ਪੂਰੇ ਮਤਲਬ ਦੁਨੀਆ। ਇਹਨਾਂ ਦੀ ਸਟੋਰੀ ਜਿਹੜੀ ਹੈ ਇੰਸਪੀਰੇਸ਼ਨਲ ਆ, ਇਹਨਾਂ ਦੀ ਸਟੋਰੀ ਜਿਹੜੀ ਦੁਨੀਆ ਵਾਸਤੇ। ਤੇ ਆਪਾਂ ਫਿਰ ਇੱਧਰ ਜਿਹੜੀ ਸੀਗੀ ਇਹਨਾਂ ਦੀ ਕਿਰਤ ਨੂੰ ਇਨਕਲਾਬ ਨਾਲ ਰਿਲੇਟ ਕਰਕੇ ਆਪਾਂ ਇਨਕਲਾਬੀ ਆਂਡੇ ਨਾਮ ਦਾ ਇਹ ਸਟਾਲ ਲਾਇਆ ਸੀਗਾ। ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਅਸੀਂ ਬੈਠੇ ਹਾਂ। ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ, ਖੇਤੀ ਆਰਡੀਨੈਂਸਾਂ ਨੂੰ, ਬਿੱਲਾਂ ਨੂੰ, ਕਾਨੂੰਨਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਕਰ ਰਹੀਆਂ। ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਜਿਹੜੀ ਉਹ ਜਲੰਧਰ ਦੇ ਵਿਹੜੇ ਵਿੱਚ ਵੀ ਪਹੁੰਚੀ ਹੈ। ਸਾਥੀ ਆ ਸਾਡੇ ਨਾਲ, ਉਹਨਾਂ ਨਾਲ ਅਸੀਂ ਗੱਲ ਕਰਾਂਗੇ। ਮੋਦੀ ਸਰਕਾਰ ਨੇ 3 ਕਾਨੂੰਨ ਆ ਜਿਹੜੇ ਉਹ ਪਾਸ ਕੀਤੇ ਆ ਜੀ, ਉਹਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਸੀ, ਦੇਸ਼ ਦੇ ਵਿੱਚ ਸੀ, ਹੁਣ ਆਲ ਇੰਡੀਆ ਦੇ ਵਿੱਚ ਇੱਕ ਮੂਵਮੈਂਟ ਹੈ ਜਿਹੜੀ ਉਹ ਬਣੀ ਆ। ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ, ਕਿੱਥੇ ਬੈਠੇ ਹੋ ਇਸ ਧਰਨੇ ਤੇ? ਮੇਰਾ ਪਿੰਡ ਕਠਾਲਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਮਲੇਰਕੋਟਲਾ। ਸਾਡਾ ਮੁਹੰਮਦਾਂ ਦੀ ਰਿਆਸਤ ਹੈ, ਮੁਹੰਮਦਨ ਬੰਦਿਆਂ ਦੀ। ਸਾਡੇ ਗੁਰੂ ਸਾਹਿਬਾਂ ਦੇ ਬੱਚੇ ਚੁਣੌਤੀ ਕਰਨ ਵੇਲੇ ਨੀਹਾਂ 'ਚ, ਉਦੋਂ ਸ਼ੇਰ ਖਾਂ ਸਾਡੇ ਰਾਜੇ ਨੇ ਉੱਥੇ ਸਾਰਾ ਨਾਰਾ ਮਾਰਿਆ। ਅਸੀਂ ਉੱਥੇ ਇੱਕਦਮ ਹਿੰਦੂ, ਮੁਸਲਮਾਨ, ਸਿੱਖ, ਮੈਂ ਸਿੱਖ ਹਾਂ, ਵੈਸੇ ਸਿੱਖ ਧਰਮ ਨੂੰ ਫੋਲੋ ਕਰਦਾ, ਪਰ ਉੱਥੇ ਕੋਈ ਧਰਮਾਂ ਦੀ ਲੜਾਈ ਨਹੀਂ ਸਾਡੀ। ਬਿਲਕੁਲ ਸਾਰੇ ਧਰਮ ਇਕੱਠੇ ਹੋ ਕੇ ਅਸੀਂ ਰਟੋਲਾ ਪਿੰਡ ਇਸ ਟਾਈਮ ਮੋਦੀ ਦੇ ਖਿਲਾਫ ਜਿਹੜੇ ਆਰਡੀਨੈਂਸ ਨੇ ਇਹਨੇ ਪਾਸ ਕਰੇ, ਉਹ ਇਹਨਾਂ ਨੇ ਪਾਸ ਕਰਨੇ ਨੇ। ਧਰਮਾਂ ਦੀਆਂ ਲੜਾਈਆਂ ਕੋਈ ਰਾਜੇ ਨੇ, ਕੋਈ ਅਬਦਾਲੀ ਨੇ ਵੀ ਨਹੀਂ ਉਨੀਆਂ ਕਰਾਈਆਂ ਜਿੰਨੀਆਂ ਇਹ ਬੰਦੇ ਨੇ ਕਰਾਤੀਆਂ। ਇਹਦਾ ਅਸੀਂ ਅੰਤ ਲਿਆ ਕੇ ਜੇ ਬਾਈ ਚਾਂਸ ਆਰਡੀਨੈਂਸ ਇਹ ਕੱਲ ਨੂੰ ਪਾਸ ਸਾਡੇ ਹੱਕ 'ਚ ਵੀ ਕਰ ਦਿੰਦਾ ਜ਼ਿਮੀਂਦਾਰ ਤਬਕੇ ਦੇ, ਤਾਂ ਵੀ ਅਸੀਂ ਇਹਨੇ ਇੰਨਾ ਖਿਲਾਫ ਸਾਡੇ ਮੁਸਲਮਾਨ ਭਾਈਆਂ ਨੂੰ ਸ਼ਹੀਨ ਬਾਗ 'ਚ ਜਾਂ ਹੋਰ ਰਹੀਆਂ ਜੀਆਂ ਸਾਡੀਆਂ ਬੱਚੀਆਂ ਨਾਲ, ਜਿਹੜਾ ਉਹ ਕਿਸੇ ਧਰਮ ਨਾਲ ਸੰਬੰਧਿਤ ਬੰਦਾ ਹੀ ਨਹੀਂ ਹੈਗਾ ਜਿਹੜਾ ਕਿਸੇ ਤੇ ਵੀ ਅਤਿਆਚਾਰ ਆਪਣੀਆਂ ਅੱਖਾਂ ਦੇ ਸਾਹਮਣੇ ਕਰਾਉਂਦਾ। ਇਹਨਾਂ ਨੇ ਹਾਲਾਂਕਿ ਉਸ ਟਾਈਮ ਵੀ ਮੈਂ ਦਿੱਲੀ 'ਚ ਸੀ,
ਮੈਂ ਪੰਜਾਬ 'ਚ ਘੱਟ ਟਾਈਮ ਰਿਹਾ, ਆਊਟ ਆਫ ਸਟੇਟਾਂ 'ਚ ਵੱਧ ਮੈਂ 40 ਸਾਲ ਕੱਢੇ ਨੇ। ਮੈਂ ਐਕਸ ਆਰਮੀ ਵੀ ਹਾਂ, ਔਰ ਉਦੋਂ ਬਾਅਦ ਟਰੱਕਾਂ ਦਾ ਕੰਮ ਕਰਦੇ ਹਾਂ ਅਸੀਂ। ਜਮਾਂ ਹੀ ਇਹਨੂੰ ਖੰਘਣ ਨਹੀਂ ਦਿੰਦੇ। ਟਾਈਮ ਲੱਗ ਸਕਦਾ, ਸਾਲ ਲੱਗ ਜੇ, 2 ਸਾਲ ਲੱਗ ਜਾਣ, 3 ਲੱਗ ਜਾਣ, 6 ਮਹੀਨੇ, ਪਰ ਇਹਨੂੰ ਅਸੀਂ ਇਹਦਾ ਭਾਜਪਾ ਦਾ ਹੀ ਖਾਤਮਾ ਕਰ ਦਿਆਂਗੇ। ਜਿਹੜਾ ਬੰਦਾ ਦੀਆਂ ਧੀਆਂ ਬੱਚੀਆਂ ਪਹਿਲਾਂ ਮੁਸਲਮਾਨ ਧਰਮ ਨੂੰ, ਫਿਰ ਜੰਮੂ ਕਸ਼ਮੀਰ ਨੂੰ ਕੀ ਕੁਛ ਕਰਤਾ, ਬੰਗਾਲ ਬਿਹਾਰ 'ਚ ਜਿਹੜੇ ਮੇਰੇ ਰਮਦਾਸੀਏ ਭਾਈ ਨੇ ਉੱਥੇ, ਜਿਹੜੇ ਜਾਂ ਛੋਟੇ ਹਿੰਦੂ ਵੀਰ ਨੇ, ਉਹਨਾਂ ਨੂੰ ਇਹਨੇ ਕੀ ਕਰਿਆ? ਸਾਲੇ ਨੇ ਨਲਕੇ ਅਲੱਗ ਲਾਤੇ। ਕਿਉਂ ਵੀ ਉਹ ਤੈਂ ਵੀ ਜਨਮ ਲਿਆ ਕਿਸੇ ਘਰ 'ਚ, ਮੈਂ ਵੀ ਲਿਆ, ਕੁੜੀ ਨੇ ਵੀ ਲਿਆ, ਮੁੰਡੇ ਨੇ ਵੀ ਲਿਆ, ਕੁਦਰਤ ਜਨਮ ਦਿੰਦੀ ਹੈ। ਧਰਮ 'ਚ ਕੀ ਰੱਖਿਆ ਵੇ? ਕਿਉਂ ਇਹ ਧਰਮਾਂ ਦਾ ਇਹਨੇ ਠਾਕਰਾਂ ਤੋਂ ਉਹਨਾਂ ਦੇ ਰਮਦਾਸੀਆਂ ਦੇ ਨਲਕੇ ਅਲੱਗ ਲਾਤੇ। ਜੇ ਉੱਥੇ ਕੋਈ ਕੁੜੀ ਭੁੱਖਾ ਧਿਆਇਆ, ਪਾਣੀ ਦੀ ਘੱਟ ਆਮਦਾ ਉਧਰ ਬਿਹਾਰ ਔਰ ਬੰਗਾਲ ਔਰ ਉੜੀਸਾ 'ਚ, ਜੇ ਕੋਈ ਦੂਜੀ ਜਾਤ ਦਾ ਬੰਦਾ ਆ ਕੇ ਨਲਕੇ ਨੂੰ ਹੱਥ ਲਾ ਦਿੰਦਾ, ਉਹਨੂੰ ਮੌਤ ਦੇ ਘਾਟ ਉਤਾਰਨ ਤੱਕ ਜਾਂਦੇ ਨੇ। ਮੁਸਲਮਾਨ ਬੰਦਾ ਕੋਈ, ਸਾਡਾ ਤਾਂ ਮੁਸਲਮਾਨਾਂ ਦਾ ਪਿੰਡ, ਜੇ ਕੋਈ ਮੁਸਲਮਾਨ ਬੰਦਾ ਗਾਂ ਸੂਈ ਹੋਈ ਆਪਦੇ ਬੱਚਿਆਂ ਨੂੰ ਪੜਾਉਣ ਖਾਤਰ ਜਾਂ ਦੁੱਧ ਪਿਲਾਉਣ ਖਾਤਰ ਸੂਈ ਹੋਈ ਨਾਲ ਬੱਚਾ ਲਈ ਜਾਂਦਾ, ਝਾੜਖੰਡ ਦੀਆਂ ਸਾਡੇ ਅੱਖੀਂ ਦੇਖੀਆਂ ਹੋਈਆਂ ਗੱਲਾਂ ਨੇ, ਉਹਨੂੰ ਕਹਿ ਦਿੰਦੇ ਨੇ ਤੂੰ ਇਹਨੂੰ ਵੱਢੇਗਾ ਜਾ ਕੇ, ਉਹਨੂੰ ਗਾਂ ਦੇ ਨਾਲ ਮਾਰ ਦਿੰਦੇ ਨੇ। ਇਹੋ ਜਿਹਾ ਕਾਨੂੰਨ ਇੰਡੀਆ 'ਚ ਪੈਦਾ ਹੋਇਆ ਪਿਆ। ਇਹ ਜਿਹੜੀ ਪੰਜਾਬ ਦੀ ਅਣਖੀਲੀ ਧਰਤੀ ਆ, ਉੱਧਰ ਲੋਕ ਉਹ ਤਾਂ ਸੈਂਟਰ 'ਚ ਬੈਠੇ ਨੇ। ਆਜ਼ਾਦੀ ਤੋਂ ਲੈ ਕੇ ਯੁੱਧ ਕਿਹਦੇ ਨਾਲ ਹੋਏ ਨੇ? ਜਾਂ ਤਾਂ ਪੰਜਾਬ ਨੇ ਯੁੱਧ ਲੜੇ ਨੇ ਅੰਗਰੇਜ਼ਾਂ ਦੇ ਖਿਲਾਫ, ਜਾਂ ਵੈਸਟ ਬੰਗਾਲ ਉਹਨੇ ਲੜੇ ਨੇ, ਸੁਭਾਸ਼ ਚੰਦਰ ਬੋਸ ਉਹਨਾਂ ਨੇ, ਜਾਂ ਅਸੀਂ ਲੜੇ ਨੇ। ਜਿਵੇਂ ਹੁਣ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਨਵੰਬਰ 5 ਨੂੰ ਬੰਦ ਚੱਕੇ ਜਾਣ ਦਾ ਜੀ, ਉਸ ਤੋਂ ਬਾਅਦ ਦਿੱਲੀ ਜਾਣ ਦਾ, ਏਕਤਾ ਗਰਾਹਾ ਉਹਦੇ ਨਾਲ ਕਿੰਨਾ ਸਮਰਥਨ ਕਰ ਰਹੇ? ਅਸੀਂ ਇੱਕ ਚਿੜੀ ਵੀ ਨਹੀਂ, ਸਾਡੇ ਨੈਸ਼ਨਲ ਹਾਈਵੇ ਦੇ ਵਿੱਚ ਦੀ ਲੰਘਦੇ ਹਾਂ ਅਸੀਂ, ਉੱਥੇ ਹੀ ਸਾਡਾ ਧਰਨਾ ਹੈ। ਇਹ ਮੌਤ ਸਾਡਾ ਸੀਨਾ ਪੀ ਕੇ ਦਾ ਕੋਈ ਲੰਘ ਜੇ, ਮਿਲਟਰੀ ਜਾਂ ਹੋਰ ਲੰਘ ਜੇ, ਨਹੀਂ ਅਸੀਂ ਚਿੜੀ ਵੀ ਨਹੀਂ, ਪਰੰਦੇ ਨੂੰ ਪਰ ਨਹੀਂ ਮਾਰਨ ਦਿੰਦੇ। ਲਿਖ ਕੇ ਲੈ ਲੈ ਇਹ ਗੱਲ। ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪਹੁੰਚੇ ਆ ਗਦਰੀ ਬਾਬਿਆਂ ਦੇ ਮੇਲੇ ਤੇ। ਕਦੋਂ ਪਹੁੰਚੇ ਆ? ਅਸੀਂ 4 ਵਜੇ ਸਵੇਰੇ। ਕਿਵੇਂ ਲੱਗ ਰਿਹਾ ਇੱਥੇ ਆ ਕੇ? ਇੱਥੇ ਸਾਡੀ ਯਾਦਗਾਰੀ ਇਹ ਹੈ, ਇਹਨਾਂ ਨੇ ਤਾਂ ਖਤਮ ਕਰਤੀ ਦੀ ਇਹ ਵੀ ਚੀਜ਼। ਸਾਡੇ ਬੱਚਿਆਂ ਨੂੰ, ਤੁਹਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਇਹਨੂੰ ਪੁੱਛ ਲੈ ਕੀ ਹੈ ਗਦਰੀ ਬਾਬੇ, ਕੀ ਨੇ, ਕੀ ਆਜ਼ਾਦੀ ਹੈ, ਕੀ ਗੁਲਾਮੀ ਕਿਉਂ ਆਈ। ਇਹ ਸਾਰੇ ਗੁਲਾਮੀ ਦਿਵਾਉਣ ਵਾਲੇ ਤੇ ਆਜ਼ਾਦੀ ਲੈਣ ਵਾਲੇ ਅਸੀਂ ਆ। ਸਾਡੇ ਬੱਚੇ ਨੇ, ਉਹਨਾਂ ਨੂੰ ਜਾਗਰੂਕ ਕਰਨ ਖਾਤਰ ਸਾਡੇ ਗਦਰੀ ਬਾਬਿਆਂ ਦਾ ਮੇਲਾ ਲੱਗਦਾ।